प्यारे विद्यार्थियों, सत श्री अकाल। मैं रणजीत सिंह ते अज आपां लोक काव्य विचों जिहड़े सुहाग लोक काव्य है उन्हां दे आपां दो वन्नगियां जिहड़ियां ओह पहलां पढ़ चुके हैं। दई दई वे बाबला उस घरे ते सावण काज ना रचाई। ते उस तो बाद अपने जिहड़े सुहाग गीत है उन्हां बारे आपां अज पढ़दे हां। धी होवे घर धन होवे, बाबल मेरे काज रचाया। ठीक है, इत्थों हुण आपां पढ़ किवें थोड़ा जिहा दस दिन्ना भी किवें इहनूं आपां ढाल जिहड़ी है इहदी गा सकदे हां। बाबल मेरे काज रचाया, बाबल मेरे काज रचाया, दिन रह गए थोड़े। धी होवे कर धन होवे, बाबल धीआं दे करदा दान। धी होवे कर धन होवे, बाबल धीआं दे करदा दान। सालू दा पल्ला रेशमी, मेरा रोंदी दा भिज्जिया रुमाल। सालू दा पल्ला रेशमी, मेरा रोंदी दा भिज्जिया रुमाल। सो इस तरह है कि धी होवे घर धन होवे, कि धी भी होनी चाहिए है ते घरे धी जदों रब ने देती तो फिर धन भी होना चाहिए, क्योंकि उसनूं विआहना उस लई चंगा घर वार लभना। ठीक है, ते चंगे जिहड़ा है घर वार लभण वास्ते ते जिहड़ा है घर जिहड़ा है वो धन भी होना चाहिए है ना। बाबल मेरे काज रचाया, दिन रह गए थोड़े। ठीक है, धी अपने बाबल नूं कह रही है कि बाबल अपने दस रही है अपने बारे कि बाबल मेरे ने मेरा जिहड़ा है विआह है कारज है वो रचाया है। ठीक है, तो बस दिन थोड़े ही रह गए है इत्थों विछड़न दे, इस परिवार नालों विछड़न दे। ते धी होवे घर धन होवे। ठीक है, इत्थे जिहड़ी है धी अगर होवे, ठीक है, अपने आप नूं जिहड़ी है एक बेटी एक धी कह रही है कि धी होवे अगर जिस घरे धी होनी चाहिए है उत्थे धन भी जरूर होना चाहिए है। ठीक है, क्योंकि ਜਿਹੜੀਆਂ है अगे पुराने जमाने च ਇਹ रिवाज ਜਿਹੜਾ ਅੱਜ भी है ਬਣਿਆ है कि ਜਦੋਂ ਧੀ ਨੂੰ ਵਿਆਹ ਕੇ ਤੋਰਦੇ ਹੈ ਤਾਂ ਉਹਨੂੰ ਕੁਝ ਆਪਣੇ ਵੱਲੋਂ ਪਿਆਰ ਦੇ ਰੂਪ ਵਿੱਚ ਜਿਹੜਾ ਹੈ ਕੁਝ ਚੀਜ਼ਾਂ ਕੁਝ ਸਮਾਨ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਕਿ ਅੱਗੇ ਜਾ ਕੇ ਸਾਡੀ ਧੀ ਜਿਹੜੀ ਹੈ ਉਹ ਸੁਖੀ ਵਸੇ, ਕਿਸੇ ਤਰ੍ਹਾਂ ਦੀ ਚੀਜ਼ ਦੀ ਉਹਨੂੰ ਘਾਟ ਨਾ ਹੋਵੇ, ਉਹਨੂੰ ਕਿਸੇ ਕੋਲੋਂ ਮੰਗਣਾ ਨਾ ਪਵੇ, ਕਿਸੇ ਕੋਲੋਂ ਕਿਸੇ ਤਰ੍ਹਾਂ ਦੀ ਉਹਨੂੰ ਹੱਥ ਅੱਡ ਕੇ ਕੁਝ ਚੀਜ਼ਾਂ ਜਿਹੜੀਆਂ ਹੈ ਉਹ ਆਪਣੇ ਆਪ ਇੱਥੋਂ ਹੀ ਦੇ ਕੇ ਜਿਹੜੀਆਂ ਹੈ ਉਹਨੂੰ ਸਹੁਰੇ ਘਰੀ ਘੱਲੀਏ। ਤੇ ਉਹਦੇ ਵਾਸਤੇ ਜਿਹੜਾ ਧਨ ਹੈ ਉਹ ਜ਼ਰੂਰੀ ਹੈ ਕਿ ਉਹ ਚੀਜ਼ਾਂ ਲੈਣ ਵਾਸਤੇ ਹੈ ਨਾ। ਤੇ ਧੀ ਹੋਵੇ ਘਰ ਧਨ ਹੋਵੇ, ਬਾਬਲ ਧੀਆਂ ਦੇ ਕਰਦਾ ਦਾਨ। ਤੇ ਦੇਖੋ ਇੱਥੇ ਦੋ ਚੀਜ਼ਾਂ ਵੀ ਹੋ, ਧੀ ਹੋਵੇ ਘਰ ਧਨ ਹੋਵੇ, ਧੀਆਂ ਵੀ ਇੱਕ ਧਨ ਦੇ ਬਰਾਬਰ ਹੀ ਹੁੰਦੀਆਂ। ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਇਸ ਗੱਲ ਨੂੰ ਕਿ ਧੀ ਹੈ ਜਿਹੜੀ ਉਹ ਖੁਦ ਇੱਕ ਧਨ ਹੁੰਦੀ ਹੈ, ਜਾਂ ਆਪਾਂ ਕਹਿ ਦਿੰਦੇ ਕਿ ਧੀਆਂ ਪਰਾਇਆ ਧਨ ਹੈ। ਪਰ ਧਨ ਸ਼ਬਦ ਇਹ ਹੈ ਕਿ ਧੀ ਧਨ ਦੌਲਤ ਨਾਲੋਂ ਵੀ ਵੱਧ ਜਿਹੜੀ ਹੁੰਦੀ ਹੈ। ਧੀ ਹੋਵੇ ਘਰ ਧਨ ਹੋਵੇ, ਬਾਬਲ ਧੀਆਂ ਦੇ ਕਰਦਾ ਦਾਨ। ਕੀ ਬਾਬਲ ਹੈ ਜਿਹੜਾ ਉਹ ਧੀਆਂ ਦਾ ਜਿਹੜਾ ਕਾਰਜ ਕਰਦਾ ਹੈ ਉਸ ਕਾਰਜ ਨੂੰ ਇੱਕ ਬਹੁਤ ਵੱਡੇ ਦਾਨ ਵਜੋਂ ਸਮਝਿਆ ਜਾਂਦਾ ਹੈ ਕਿ ਬਾਬਲ ਹੈ ਜਿਹੜਾ ਉਹ ਦਾਨੀ ਬਣ ਕੇ, ਠੀਕ ਹੈ, ਇੱਕ ਧੀ ਦਾ ਜਿਹੜਾ ਹੈ ਉਹ ਦਾਨ ਕਰਦਾ ਹੈ। ਸਾਲੂ ਦਾ ਪੱਲਾ ਰੇਸ਼ਮੀ, ਮੇਰਾ ਰੋਂਦੀ ਦਾ ਭਿੱਜਿਆ रुमाल। सालू सालू सिर ते लैण वाला जिहड़ा है एक लाल कपड़ा गूढ़े रंग का, ठीक है, उन्होंने कहा जाता है सालू। ठीक है, तो सालू का पल्ला पल्ला हुंदा एक लड़ हो गया किसी मतलब उहदा सालू का। ते रेशमी, ठीक है, सालू का पल्ला रेशमी यानी कि रेशम का कपड़ा है ना, रेशम का लड़ है जिहड़ा भी मेरे सालू का पल्ला है जिहड़ा मतलब वो जिहड़ा है रेशमी है। ते मेरा रोंदी दा भिज्जिया रुमाल। ते मतलब नाल दी नाल ਉਹ ਇਸ ਪਰਿਵਾਰ ਤੋਂ ਵਿਛੜਨ ਦਾ ਜਿਹੜਾ ਉਹਨੂੰ ਦੁੱਖ ਹੈ ਉਸ ਦੁੱਖ ਵਿੱਚ ਉਸ ਦੀਆਂ ਅੱਖੀਆਂ ਵਿੱਚ ਆਏ ਹੰਝੂ ਜਿਹੜੇ ਹੈ ਉਹਨਾਂ ਹੰਝੂਆਂ ਨੂੰ ਉਹ ਆਪਣੇ ਰੁਮਾਲ ਨਾਲ ਜਿਹੜਾ ਹੈ
ਉਹ ਜਿਹੜਾ ਹੈ ਪੂੰਝ ਰਹੀ ਹੈ। ਇਸ ਕਰਕੇ ਇੱਥੇ ਹੈ ਕਿ ਸਾਲੂ ਦਾ ਪੱਲਾ ਰੇਸ਼ਮੀ ਮੇਰਾ ਰੋਂਦੀ ਦਾ ਭਿੱਜਿਆ ਰੁਮਾਲ, ਕਿ ਮੇਰਾ ਰੋਂਦੀ ਦਾ ਜਿਹੜਾ ਹੈ ਉਹ ਰੁਮਾਲ ਭਿੱਜ ਗਿਆ। ਰੋ ਕਿਉਂ ਰਹੀ ਹੈ? ਕਿਉਂਕਿ ਉਸ ਪਰਿਵਾਰ ਚੋਂ ਜਿੱਥੇ ਉਹ ਖੇਡੀ ਪਲੀ, ਠੀਕ ਹੈ, ਜਿੱਥੇ ਉਹਨੇ ਗੁੱਡੀਆਂ ਪਟੋਲੇ ਖੇਡੇ, ਜਿੱਥੇ ਉਹਨੇ ਚਰਖਾ ਕੱਤਿਆ, ਜਿੱਥੇ ਉਹਨੇ ਆਪਣੇ ਵੀਰਾਂ ਨਾਲ ਨਿੱਕੇ ਨਿੱਕੇ ਝੇੜੇ ਲੜਾਈਆਂ, ਛੋਟੀਆਂ ਛੋਟੀਆਂ ਲੜੀਆਂ, ਫਿਰ ਮੰਨ ਜਾਣਾ, ਕਿੰਨਾ ਵੀਰਾਂ ਦਾ ਪਿਆਰ, ਠੀਕ ਹੈ, ਮਾਂ ਦਾ ਪਿਆਰ, ਬਾਬਲ ਦਾ ਪਿਆਰ, ਦਾਦੀਆਂ ਦਾ ਪਿਆਰ, ਹੈ ਨਾ, ਕਿੰਨਾ ਉਹ ਮੋਹ ਹੈ ਜਿਹੜਾ ਇੱਕੇ ਦਮ ਉਹਨਾਂ ਤੋਂ ਤੋੜ ਕੇ, ਤੇ ਜਦੋਂ ਉਹ ਦੂਜੇ ਘਰ ਵਿੱਚ ਜਾਣ ਲਈ ਉਸ ਦਾ ਜਿਹੜਾ ਹੈ ਬਾਬਲ ਹੈ ਉਸ ਦਾ ਕਾਰਜ ਕਰਦਾ ਹੈ, ਤਾਂ ਉਦੋਂ ਇੱਕ ਬੇਟੀ ਦੇ ਮਨ ਵਿੱਚ ਜਿਹੜਾ ਹੈ ਇਸ ਤਰ੍ਹਾਂ ਦਾ ਵਿਰਾਗ ਹੈ ਜਿਹੜਾ ਉਹ ਅੱਖਾਂ ਥਾਣੀ ਵਹਿ ਤੁਰਦਾ ਹੈ, ਤੇ ਉਸ ਜਿਹੜਾ ਹੈ ਆਪਣੇ ਚਿਹਰੇ ਨੂੰ ਜਿਹੜਾ ਹੈ ਉਹ ਸਾਫ਼ ਕਰ ਰਹੀ ਹੈ ਰੁਮਾਲ ਨਾਲ। ਤਾਂ ਇੱਥੇ ਇੱਕ ਤਰ੍ਹਾਂ ਦਾ ਜਿਹੜਾ ਹੈ ਧੀ ਦਾ ਜਿਹੜਾ ਹੈ ਪਿਆਰ ਹੈ, ਵਿਰਾਗ ਹੈ, ਉਹ ਇੱਥੇ ਦੱਸਿਆ ਗਿਆ ਹੈ। ਫਿਰ ਹੈ ਅੱਗੇ ਚਾਚੇ ਮੇਰੇ ਕਾਜ ਰਚਾਇਆ ਦਿਨ ਰਹਿ ਗਏ ਥੋੜੇ। ਇੱਥੇ ਹੁਣ ਪਹਿਲਾਂ ਬਾਬਲ ਦਾ ਨਾਮ ਆਇਆ ਸੀ, ਹੁਣ ਚਾਚੇ ਦਾ ਨਾਮ ਆਇਆ ਹੈ। ਕਿ ਦੇਖੋ ਸਾਰੇ ਅੱਗੇ ਕੀ ਸੀਗਾ ਕਿ ਕਾਰਜ ਹੈ ਜਿਹੜਾ ਕਿ ਸਾਂਝੇ ਪਰਿਵਾਰ ਹੁੰਦੇ ਸਨ, ਸਾਂਝੇ ਘਰ ਹੁੰਦੇ ਸਨ ਸਾਰਿਆਂ ਦੇ, ਤੇ ਪਰਿਵਾਰ ਵਿੱਚ ਚਾਚੇ ਤਾਏ ਮਾਮੇ ਮਾਸੜ ਜਿਹੜੇ ਰਿਸ਼ਤੇਦਾਰੀਆਂ ਚੋਂ ਵੀ ਆਉਂਦੇ ਆ, ਸਾਰੇ ਮਤਲਬ ਰਲ ਮਿਲ ਕੇ ਜਿਹੜਾ ਕਾਰਜ ਉਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਕਾਰਜ ਕਰਦੇ ਸਨ। ਠੀਕ ਹੈ, ਅੱਜ ਕੱਲ ਤਾਂ ਇੱਕ ਜਾਂ ਅੱਧੇ ਦਿਨ ਦਾ ਵਿਆਹ ਰਹਿ ਗਿਆ। ਠੀਕ ਹੈ, ਕੋਈ ਵੀ ਇਸ ਤਰ੍ਹਾਂ ਦਾ ਵਿਆਹ ਹੁੰਦਾ, ਸ਼ਾਦੀ ਹੁੰਦੀ ਹੈ ਤਾਂ ਆਪਣੇ ਬਹੁਤ ਕਾਹਲੀ ਨਾਲ ਬਸ 1-2 ਦਿਨ 'ਚ ਹੋ ਜਾਂਦਾ ਹੈ, ਪਰ ਅੱਗੇ ਕੀ ਹੈ ਹਫਤਾ ਇਸ ਤਰ੍ਹਾਂ ਚੱਲਣਾ, ਹੈ ਨਾ, ਬਹੁਤ ਮਤਲਬ ਕੀ ਹੈ ਰਿਸ਼ਤੇਦਾਰੀਆਂ ਨੇ ਆਉਣਾ, ਕਿੰਨਾ ਕਾਰਜ ਹੁੰਦਾ ਸੀਗਾ ਵਿਆਹਾਂ ਦੇ ਅੱਗੇ। ਤੇ ਉੱਥੇ ਫਿਰ ਜਿਹੜਾ ਹੈ ਚਾਚੇ ਜਿਹੜੇ ਹੈ ਉਹ ਵੀ ਆਪਣਾ ਫਰਜ਼ ਨਿਭਾਉਂਦੇ ਸਨ, ਮਾਮੇ ਹੈ ਜਿਹੜੇ ਉਹ ਆਪਣਾ ਬਣਦਾ ਫਰਜ਼ ਉਹ ਵੀ ਆਪਣੀ ਭਾਣਜੀ ਪ੍ਰਤੀ ਨਿਭਾਉਂਦੇ ਸਨ। ਸੋ ਇੱਥੇ ਜਿਹੜਾ ਹੈ ਚਾਚੇ ਬਾਰੇ ਇੱਕ ਬੇਟੀ ਹੈ ਜਿਹੜੀ ਧੀ ਹੈ ਉਹ ਕਹਿ ਰਹੀ ਹੈ ਕਿ ਚਾਚੇ ਮੇਰੇ ਕਾਜ ਰਚਾਇਆ ਦਿਨ ਰਹਿ ਗਏ ਥੋੜੇ, ਧੀ ਹੋਵੇ ਘਰ ਧਨ ਹੋਵੇ, ਚਾਚਾ ਧੀਆਂ ਦੇ ਕਰਦਾ ਦਾਨ, ਸਾਲੂ ਦਾ ਪੱਲਾ ਰੇਸ਼ਮੀ ਮੇਰਾ ਰੋਂਦੀ ਦਾ ਭਿੱਜਿਆ ਰੁਮਾਲ। ਕਿ ਮੇਰੇ ਚਾਚੇ ਨੇ ਕਾਜ ਰਚਾਇਆ ਤੇ ਹੁਣ ਮੇਰੇ ਦਿਨ ਜਿਹੜੇ ਹੈ ਉਹ ਇਸ ਘਰੋਂ ਜਾਣ ਦੇ ਥੋੜੇ ਰਹਿ ਗਏ ਨੇ। ਠੀਕ ਹੈ, ਤੇ ਧੀ ਜਿਸ ਘਰ ਹੋਵੇ, ਆਪਣੇ ਆਪ ਨੂੰ ਕਹਿ ਰਹੀ ਜਿਸ ਘਰ ਧੀ ਹੋਵੇ ਉਸ ਘਰ ਜਿਹੜਾ ਹੈ ਧਨ ਵੀ ਹੋਣਾ ਚਾਹੀਦਾ ਹੈ, ਕਿਉਂਕਿ ਬਾਬਲ ਹੈ ਜਿਹੜਾ ਜਾਂ ਜਿਹੜੇ ਹੁਣ ਮਤਲਬ ਕਿ ਹੋਰ ਚਾਚੇ ਤਾਏ ਹੈ ਉਹ ਜਦੋਂ ਧੀ ਨੂੰ ਵਿਆਹ ਕੇ ਤੋਰਦੇ ਹੈ ਤੇ ਉਹਦੇ ਨਾਲ ਉਹਨਾਂ ਨੂੰ ਕੁਝ ਸਮਾਨ ਦਿੱਤਾ ਜਾਂਦਾ ਧੀ ਨੂੰ, ਤੇ ਉਸ ਸਮਾਨ ਵਾਸਤੇ ਉਸ ਜਿਹੜਾ ਹੈ ਲੀੜੇ ਕੱਪੜੇ ਵਾਸਤੇ, ਠੀਕ ਹੈ, ਤਾਂ ਉਹਦੇ ਵਾਸਤੇ ਧਨ ਦੀ ਵੀ ਜਿਹੜੀ ਹੈ ਉਹ ਜ਼ਰੂਰਤ ਹੁੰਦੀ ਹੈ। ਚਾਚਾ ਧੀਆਂ ਦੇ ਕਰਦਾ ਦਾਨ, ਚਾਚਾ ਹੈ ਜਿਹੜਾ ਉਹ ਵੀ ਬਾਬਲ ਨਾਲ ਮਿਲ ਕੇ, ਠੀਕ ਹੈ, ਇੱਕ ਜਿਹੜੀ ਹੈ ਧੀ ਹੈ ਯਾਨੀ ਉੱਥੇ ਇਹਦੀ ਭਤੀਜੀ ਲੱਗੀ ਚਾਚੇ ਦੀ, ਹੈ ਨਾ, ਕਿ ਚਾਚਾ ਧੀਆਂ ਦੇ ਕਰਦਾ ਦਾਨ। ਠੀਕ ਹੈ, ਪਰ ਇੱਥੇ ਧੀ ਆਖਿਆ ਗਿਆ ਹੈ ਕਿਉਂਕਿ ਚਾਚਾ ਜਾਂ ਬਾਬਲ ਜਾਂ ਉਹਨਾਂ ਵਾਸਤੇ ਜਿਹੜੀ ਹੈ ਉਹ ਧੀ ਪਹਿਲਾਂ ਹੈ, ਘਰ ਦੀ ਧੀ। ਚਾਚਾ ਧੀਆਂ ਦੇ ਕਰਦਾ ਦਾਨ, ਸਾਲੂ ਦਾ ਪੱਲਾ ਰੇਸ਼ਮੀ ਮੇਰਾ ਰੋਂਦੀ ਦਾ ਭਿੱਜਿਆ ਰੁਮਾਲ। ਮੇਰੇ ਸਾਲੂ ਦਾ ਪੱਲਾ ਹੈ ਜਿਹੜਾ ਸਿਰ ਤੇ ਲੈਣ ਵਾਲਾ ਲਾਲ ਕੱਪੜਾ ਹੈ, ਠੀਕ ਹੈ, ਉਹਦਾ ਰੇਸ਼ਮੀ ਪੱਲਾ ਹੈ। ਤੇ ਉਹ ਕਿਉਂ ਮਤਲਬ ਕੀ ਹੈ, ਹੁਣ ਉਸ ਵਕਤ ਉਹਦੇ ਜਿਹੜਾ ਹੈ ਵਿਆਹਣ ਦਾ ਜਿਹੜਾ ਕਾਰਜ ਹੈ ਉਹ ਬਹੁਤ ਨੇੜੇ ਆ ਗਿਆ ਹੈ ਕਿ ਸਾਲੂ ਦਾ ਪੱਲਾ ਰੇਸ਼ਮੀ, ਕਿ ਉਹ ਵਿਆਹੀ ਕੁੜੀ ਤੇ ਜਿਹੜਾ ਹੈ ਉਹ ਜਿਹੜਾ ਸਾਲੂ ਹੈ ਉਹ ਦਿੱਤਾ ਜਾਂਦਾ ਹੈ। ਤੇ ਮੇਰਾ ਰੋਂਦੀ ਦਾ ਭਿੱਜਿਆ ਰੁਮਾਲ, ਕਿ ਮੇਰਾ ਇੱਥੋਂ ਵਿਛੜਨ ਦਾ ਜਿਹੜਾ ਦੁੱਖ ਹੈ ਉਸ ਨਾਲ ਮੇਰੀਆਂ ਅੱਖੀਆਂ 'ਚ ਆਏ ਹੰਝੂਆਂ ਨਾਲ ਮੇਰਾ ਰੁਮਾਲ ਹੈ ਜਿਹੜਾ ਉਹ ਵੀ ਭਿੱਜ ਚੁੱਕਾ ਹੈ, ਹੈ ਨਾ। ਫਿਰ ਹੈ ਅੱਗੇ ਮਾਮੇ ਮੇਰੇ ਕਾਜ ਰਚਾਇਆ। ਹੁਣ ਪਹਿਲਾਂ ਬਾਬਲ ਸੀ, ਫਿਰ ਚਾਚੇ ਦੇ ਬਾਰੇ ਆਖ ਰਹੀ ਹੈ ਬੇਟੀ, ਤੇ ਹੁਣ ਆਪਣੇ ਮਾਮੇ ਬਾਰੇ ਵੀ ਇਹ ਗੱਲ ਆਖ ਰਹੀ ਹੈ ਕਿਉਂਕਿ ਸਾਰੇ ਰਲ ਮਿਲ ਕੇ ਕਾਰਜ ਕਰਦੇ ਸਨ। ਮੇਰੇ ਮਾਮੇ ਮੇਰੇ ਕਾਜ ਰਚਾਇਆ ਦਿਨ ਰਹਿ ਗਏ ਥੋੜੇ, ਧੀ ਹੋਵੇ ਘਰ ਧਨ ਹੋਵੇ, ਮਾਮਾ ਭਾਣਜੂ ਦੇ ਕਰਦਾ ਦਾਨ। ਇੱਥੇ ਭਾਣਜੂ ਹੁੰਦਾ ਹੈਗਾ ਭਾਣਜੀ, ਜਾਂ ਆਪਾਂ ਕਈ ਕਹਿ ਦਿੰਦੇ ਭਣੇਵੀ, ਕਈ ਭਾਣਜੀ, ਹੈ ਨਾ। ਮਾਮਾ ਭਾਣਜੂ ਦੇ ਕਰਦਾ ਦਾਨ, ਸਾਲੂ ਦਾ ਪੱਲਾ ਰੇਸ਼ਮੀ ਮੇਰਾ ਰੋਂਦੀ ਦਾ ਭਿੱਜਿਆ ਰੁਮਾਲ। ਬਾਕੀ ਸਾਰੀਆਂ ਗੱਲਾਂ ਉਸੇ ਤਰ੍ਹਾਂ ਹੈ, ਬਸ ਇੱਥੇ ਜਿਹੜਾ ਹੈ ਜਿੱਥੋਂ ਬਾਬਲ ਸੀ ਉੱਥੇ ਆਪਣੇ ਫਿਰ ਚਾਚਾ ਆਇਆ, ਫਿਰ ਚਾਚੇ ਤੋਂ ਬਾਅਦ ਮਾਮਾ ਆਇਆ। ਠੀਕ ਹੈ, ਸੋ ਇਹ ਲੋਕ ਗੀਤਾਂ ਵਿੱਚ ਜਿਹੜਾ ਹੈ ਉਹ ਦੁਹਰਾ ਹੁੰਦਾ ਹੈ ਜਿਹੜਾ, ਤੇ ਉਸ ਤੋਂ ਬਾਅਦ ਇਹ ਜਿਹੜਾ ਰਿਸ਼ਤਾ ਹੈ ਜਿਵੇਂ ਪਹਿਲਾਂ ਬਾਬਲ ਦਾ ਆਪਾਂ ਦੇਖਿਆ,
ਤਾਂ ਹੁਣ ਇੱਥੇ ਮਾਮਾ ਹੈ, ਮਾਮਾ ਵੀ ਆਪਣੇ ਜਿਹੜਾ ਹੈ ਕਾਰਜ ਹੈ ਆਪਣੀ ਭਾਣਜੀ ਦੇ ਪ੍ਰਤੀ ਜੋ ਵੀ ਉਹਦੇ ਕਾਰਜ ਬਣਦੇ ਆ ਉਹ ਉਸ ਨੂੰ ਨਿਭਾਉਂਦਾ ਹੈ। ਮਾਮੇ ਮੇਰੇ ਕਾਜ ਰਚਾਇਆ ਦਿਨ ਰਹਿ ਗਏ ਥੋੜੇ, ਧੀ ਹੋਵੇ ਘਰ ਧਨ ਹੋਵੇ। ਮਾਮਾ ਭਾਣਜੇ ਦੇ ਕਰਦਾ ਦਾਨ, ਮਾਮਾ ਹੈ ਜਿਹੜਾ ਉਹ ਵੀ ਜਦੋਂ ਭਾਣਜੀ ਦਾ ਦਾਨ ਕਰਦਾ ਹੈ ਤਾਂ ਇੱਕ ਬਹੁਤ ਵੱਡਾ ਦਾਨ ਮੰਨਿਆ ਜਾਂਦਾ ਹੈ। ਸਾਰੇ ਰਲ ਮਿਲ ਕੇ ਜਿਹੜੇ ਹੈ ਉਹ ਭਾਣਜੀ ਦੇ ਵਿਆਹ ਦਾ ਜਿਹੜਾ ਕਾਰਜ ਹੈ ਉਹ ਵੀ ਕਰਦੇ ਹੈ, ਠੀਕ ਹੈ, ਨਾਲ ਮਾਮਾ ਵੀ ਕਰਦਾ ਹੈ। ਸਾਲੂ ਦਾ ਪੱਲਾ ਰੇਸ਼ਮੀ ਮੇਰਾ ਰੋਂਦੀ ਦਾ ਭਿੱਜਿਆ ਰੁਮਾਲ, ਇਹ ਉਸੇ ਤਰ੍ਹਾਂ ਦੀ ਆ ਗੱਲ ਹੈ ਜਿਹੜੀ ਆਪਾਂ ਪਹਿਲਾਂ 2 ਬੰਦਾਂ 'ਚ ਪੜ੍ਹ ਆਏ ਹਾਂ, ਠੀਕ ਹੈ। ਅੱਗੇ ਆਪਣੇ ਅੱਛਾ ਇਹਦੇ ਆਪਾਂ ਦੇਖੀਏ ਕਿ ਜਿਹੜਾ ਇਹ ਹੈ ਕਿ ਸਾਲੂ ਦਾ ਪੱਲਾ ਰੇਸ਼ਮੀ ਮੇਰਾ ਰੋਂਦੀ ਦਾ ਭਿੱਜਿਆ ਰੁਮਾਲ, ਧੀ ਹੋਵੇ ਘਰ ਧਨ ਹੋਵੇ, ਇਹਦੇ ਬਾਰੇ ਆਪਾਂ ਜਿਹੜਾ ਹੁਣ ਪੜ੍ਹਿਆ ਉਹਦੇ ਵਿੱਚ ਆਪਾਂ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਇੱਕ ਧੀ ਹੈ ਜਿਹੜੀ ਉਹ ਕਹਿ ਰਹੀ ਹੈ ਕਿ ਮੇਰੇ ਇਸ ਘਰੋਂ ਜਾਣ ਦੇ ਦਿਨ ਹੁਣ ਥੋੜੇ ਰਹਿ ਗਏ ਹਨ, ਕਿ ਮੇਰਾ ਹੁਣ ਕਾਰਜ ਹੈ ਜਿਹੜਾ ਉਹ ਚਾਚੇ ਦੁਆਰਾ, ਬਾਬਲ ਦੁਆਰਾ, ਮਾਮੇ ਦੁਆਰਾ ਹੈ ਜਿਹੜਾ ਉਹ ਵਿੱਢਿਆ ਗਿਆ ਹੈ ਕਾਰਜ, ਉਸ ਨੂੰ ਪੂਰਾ ਹੋਣ ਵਿੱਚ ਥੋੜੇ ਦਿਨ ਹੀ ਰਹਿ ਗਏ ਹੈ। ਮੈਂ ਇਸ ਘਰ ਚੋਂ, ਇਸ ਭਰੇ ਪੂਰੇ ਪਰਿਵਾਰ ਚੋਂ, ਠੀਕ ਹੈ, ਇੱਥੋਂ ਮੇਰਾ ਜਿਹੜਾ ਹੈ ਉਹ ਸੰਬੰਧ ਹੈ ਉਹ ਛੇਤੀ ਹੀ ਜਿਹੜਾ ਹੈ ਅੱਗੇ ਜਾ ਕੇ ਦੂਜੇ ਪਰਿਵਾਰ ਨਾਲ ਜਿਹੜਾ ਹੈ ਜੁੜਨ ਵਾਲਾ ਹੈ, ਤੇ ਇਸ ਕਰਕੇ ਉਹ ਨਾਲ ਦੀ ਨਾਲ ਆਪਣੇ ਇਸ ਪਰਿਵਾਰ ਜਿਹੜਾ ਆਪਣੇ ਪੇਕਾ ਪਰਿਵਾਰ ਹੈ, ਠੀਕ ਹੈ, ਉਸ ਵਿੱਚੋਂ ਜਾਣ ਦਾ ਦੁੱਖ ਜਿਹੜਾ ਹੈ ਉਹ ਇੱਥੇ ਪ੍ਰਗਟ ਹੁੰਦਾ ਵਿਖਾਇਆ ਗਿਆ ਹੈ। ਤੇ ਨਾਲ ਦੀ ਨਾਲ ਇੱਥੇ ਜਿਹੜੀਆਂ ਮਾਮੇ ਦੀਆਂ ਜ਼ਿੰਮੇਵਾਰੀਆਂ ਹੈ, ਇੱਥੇ ਚਾਚੇ ਦੀਆਂ ਜ਼ਿੰਮੇਵਾਰੀਆਂ ਹੈ, ਬਾਬਲ ਦੀਆਂ ਜ਼ਿੰਮੇਵਾਰੀਆਂ ਹੈ, ਉਹਨਾਂ ਨੂੰ ਵੀ ਨਾਲ ਨਾਲ ਦਿਖਾਇਆ ਗਿਆ ਹੈ, ਠੀਕ ਹੈ। ਸੋ ਅੱਗੇ ਆਪਾਂ ਚੱਲਦੇ ਹਾਂ। ਬੇਟੀ ਚੰਨਣ ਦੇ ਓਲੇ, ਠੀਕ ਹੈ, ਇਹ ਦੂਸਰਾ ਜਿਹੜਾ ਹੈ ਸੁਹਾਗ ਗੀਤ ਹੈ, ਠੀਕ ਹੈ। ਇੱਥੇ ਜੇ 2 ਆਪਾਂ ਪਹਿਲਾਂ ਪੜ੍ਹ ਚੁੱਕੇ ਆ, ਇਹ ਵੈਸੇ ਚੌਥਾ ਹੈ। ਬੇਟੀ ਚੰਨਣ ਦੇ ਓਲੇ, ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ, ਠੀਕ ਹੈ। ਹੁਣ ਇਸ ਨੂੰ ਆਪਾਂ ਥੋੜਾ ਜਿਵੇਂ ਗਾ ਸਕਦੇ ਆ। ਤੁਸੀਂ ਅਗਰ ਜਿਹੜੀਆਂ ਬੇਟੀਆਂ ਹੈ ਉਹ ਆਪਣੇ ਕਿਤੇ ਕੋਈ ਇਸ ਤਰ੍ਹਾਂ ਦੀ ਵਿਆਹ ਸ਼ਾਦੀ ਹੋਵੇ ਤੇ ਉਹ ਜ਼ਰੂਰ ਜਿਹੜਾ ਹੈ ਸੁਹਾਗ ਗੀਤ ਗਾ ਸਕਦੀਆਂ ਹੈ। ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ, ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ, ਬਾਬਲ ਵਰ ਲੋੜੀਏ। ਬੇਟੀ ਕਿਹੋ ਜਿਹਾ ਵਰ ਲੋੜੀਏ, ਨੀਤੀਏ ਕਿਹੋ ਜਿਹਾ ਵਰ ਲੋੜੀਏ, ਨੀ ਜਾਈਏ ਕਿਹੋ ਜਿਹਾ ਵਰ ਲੋੜੀਏ। ਤਾਰਿਆਂ ਵਿੱਚੋਂ ਚੰਨ, ਚੰਨਾਂ ਵਿੱਚੋਂ ਕਾਨ, ਕਨਈਆ ਵਰ ਲੋੜੀਏ, ਵੇ ਬਾਬਲ ਇਹੋ ਜਿਹਾ ਵਰ ਲੋੜੀਏ। ਸੋ ਇੱਥੇ ਦੇਖੋ, ਇਹ ਇਸ ਤਰ੍ਹਾਂ ਤੁਸੀਂ ਇਹਨੂੰ ਕਿਤੇ ਬੇਟੀਆਂ ਗਾਉਣਾ ਚਾਹਣ ਤਾਂ ਉਹ ਗਾ ਸਕਦੀਆਂ ਹਨ, ਹਨਾ। ਅੱਗੇ ਆਪਾਂ ਇਹਦੇ ਅਰਥ ਦੇਖਾਂਗੇ। ਅਰਥ ਬੜੇ ਮਤਲਬ ਸਰਲ ਹੈ, ਕੋਈ ਇਹਦੇ ਵਿੱਚ ਉਲਝਣ ਨਹੀਂ, ਹਨਾ, ਛੇਤੀ ਯਾਦ ਹੋਣ ਵਾਲਾ ਵੀ ਹੈ। ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ। ਹੁਣ ਇੱਥੇ ਬੇਟੀ ਹੈ ਤੇ ਦੇਖੋ ਆਪਾਂ ਜਦੋਂ ਆਪਾਂ ਇਸ ਬਾਰੇ ਪੜ੍ਹਨ ਲੱਗੇ ਸੀ ਸੁਹਾਗ ਬਾਰੇ, ਉਹਨਾਂ ਦੀਆਂ ਪਰਿਭਾਸ਼ਾ, ਉਹਨਾਂ ਦੀਆਂ ਵਿਸ਼ੇਸ਼ਤਾਵਾਂ, ਹਨਾ, ਤੇ ਉਦੋਂ ਆਪਾਂ ਇੱਕ ਗੱਲ ਉੱਥੇ ਆਈ ਸੀ ਕਿ ਬਾਬਲ ਦੇ ਘਰ ਵਿੱਚ ਚਾਹੇ ਕਿੱਕਰਾਂ ਦੇ ਦਰਖਤ ਹੀ ਲੱਗੇ ਹੋਣ, ਠੀਕ ਹੈ, ਚਾਹੇ ਜੰਡ ਹੀ ਲੱਗਿਆ ਹੋਵੇ, ਪਰ ਫਿਰ ਵੀ ਬੇਟੀ ਨੂੰ ਜਿਹੜਾ ਹੈ ਆਪਣੇ ਬਾਬਲ ਦੀ ਜਿਹੜੇ ਘਰ ਵਿੱਚ ਲੱਗੇ ਇਸ ਤਰ੍ਹਾਂ ਦੇ ਰੁੱਖ ਹੈ ਉਹ ਵੀ ਬਹੁਤ ਪਿਆਰੇ ਤੇ ਚੰਦਨ ਦੇ ਰੁੱਖ ਦੇ ਬਰਾਬਰ ਉਹਨੂੰ ਲੱਗਦੇ ਹਨ। ਤੇ ਇੱਥੇ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ, ਕਿਉਂਕਿ ਜਿਹੜੀਆਂ ਬੇਟੀ ਹੈ ਉਹ ਚੰਨਣ ਦੇ ਓਲੇ, ਚੰਨਣ ਦੇ ਰੁੱਖ ਦੇ, ਜਦ ਚੰਦਨ ਕਹਿ ਦਿੰਦੇ ਆਪਣੇ, ਹਨਾ, ਚੰਦਨ ਦੇ ਓਲੇ, ਚੰਨਣ ਦੇ ਓਲੇ ਲੁੱਕ ਕੇ, ਠੀਕ ਹੈ, ਤੇ ਉਹ ਆਪਣੇ ਬਾਬਲ ਨੂੰ ਦੱਸਣਾ ਵੀ ਚਾਹੁੰਦੀ ਹੈ ਤੇ ਨਾਲ ਦੀ ਨਾਲ ਉਹ ਸ਼ਰਮਾਉਂਦੀ ਵੀ ਹੈ ਕਿ ਮੈਂ ਕਿਵੇਂ ਗੱਲ ਕਰਾਂ, ਹੈ ਨਾ। ਇਸ ਕਰਕੇ ਉਹ ਚੰਨਣ ਦਾ ਓਲਾ ਜਿਹੜਾ ਹੈ ਲੈ ਕੇ ਖੜਦੀ ਹੈ ਕਿ ਤੇ ਕੀ ਕਹਿ ਰਹੀ ਹੈ ਕਿ ਇਹ ਹੈ ਕਿ ਬੇਟੀ
कि बेटी चन्नन दे पिता जी कह रहे हैं कि बेटी बाबल ਉਹਦਾ कह रहा कि चन्नन दे ओले क्यों खड़ी है ना, चन्नन दे ओले क्यों खड़ी। ते अगों धी आंदी है कि मैं तां खड़ी सां बाबल जी दे बाहर, ठीक है, मैं तां बाबल दे बाबल तेरे कोल आई सी, कुछ गल कहनी सी, ते बाबल वर लोड़िए लोड़िए कि बाबल जी तुसी मेरे वास्ते जो वर देखण जा रहे हो, ठीक है, बाबल वर लोड़िए, ते तुसी मेरे वास्ते जो घर देखण जा रहे हो, जो वर देखण जा रहे हो, मैं उन्हां बारे गल करनी सी, है ना। ते अगों बाबल है जिहड़ा वो भी कहता कि बेटी फिर तू दस किहो जिहा तेरे लिए वर लोड़िए, किहो जिहा तेरे लिए मैं घर जिहड़ा है या वर है जिहड़ा वो लभां, है ना। बेटी किहो जिहा वर लोड़िए, नी जाइए नी मेरिए जाइए, तू मतलब जाइए दा मतलब धीए, ठीक है, ठीक है, तू मेरे घर जम्मण वालीए, नी जाइए किहो जिहा वर लोड़िए, फिर तू दस कि धीए तेरे वास्ते किहो जिहा वर जिहड़ा है वो लभीए लोड़िए, है ना। तो अच्छा धी जिहड़ी है अगों कह रही है कि बाबल मेरे वास्ते जे तुसी कोई वर लभना है तो वर वो इस तरह का होना चाहिए है जिवें तारियां दे विच चन्न प्रकाशमान है ना, जिवें तारियां दे विचों चन्न दी एक अलग पछाण है, उस तरह होना चाहिए है। ते उस तो भी अगे वो कह रही है कि जिहड़े चन्न होण और चन्ना विचों जिहड़ा है कान कन्हैया, है ना, कृष्ण कन्हैया जिहड़ा आपां कह दिंदे आ भी तारियां विचों तां ओह चन्न होवे पर बहुत सारे चन्ना विचों ओह कान कन्हैया वर्गा जिहड़ा वर है वो मेरे वास्ते लभ्यो तुसी, यानी कि सोहना सुनक्खा, है ना, सोहना सुनक्खा जिहड़ा वो सुभाਅ दा भी दूजा सोहना होवे ते ओह सरीरक पक्षों भी सोहना होना चाहिए, है ना। चन्ना विच ज्यों तारियां विचों चन्न चन्ना विचों कान कन्हैया वर लोड़िए, ठीक है। ते बेटी चन्नन दे ओले ओले क्यों खड़ी, मैं तां खड़ी सां मामा जी दे बार। हुण जिहड़ा है ओह अगे पुछदे है उहनूं कि बेटी हुण मतलब की है चन्नन दे ओले क्यों खड़ी, चन्नन दे दरख्त दा ओला क्यों है लिया रखिया है, ते ओह बेटी कहंदी है भी मैं सीधी गल नहीं कर सकदी, थोड़ी शर्माउंदी है ना, ते संगदी भी है अपने बारे जिहड़ी गल करदिआं, पर इत्थे बेटी चन्नन दे ओले ओले क्यों खड़ी, मैं तां खड़ी सां मामा जी दे दवार। मैं मामे नूं भी कहना चाहुंदी आ, ठीक है, मामे नूं भी ये गल कहना चाहुंदी आ कि जे मेरे वास्ते तुसी वर लभण दी गल कर रहे हो, ठीक है, तां अगों मामा भी कहंदा है कि हाँ असीं तेरे वास्ते वर लभण दी गल कर रहे हैं, पर तू दस बेटी भी किहो जिहा तैनूं जिहड़ा है भाणजीए वर तैनूं लभ के देगे, है ना, वो चीज़ है कि बेटी चन्नन दे ओले ओले क्यों खड़ी, मैं तां खड़ी सां मामा जी दे बार, मामा वर लोड़िए, तुसी मेरे वास्ते वर लोड़दे हो, ठीक है, वर ढूंढ रहे हो तुसी मेरे वास्ते। बेटी अगों मामा भी आंदा बेटी किहो जिहा वर लोड़िए, फिर तेरे वास्ते किस तरह का वर होना चाहिए जिहड़ा असीं तेरे वास्ते लभीए, ठीक है, नी जाइए किहो जिहा वर लोड़िए। ते अगों की कहंदे कि मामा, ठीक है, धी कहंदी है मामा ज्यों तारियां विचों चन्न है, वो भी जिहड़ी गल मंग बाबल दे मूहरे रख रही है धी, उही मंग इत्थे रख रही है कि पर रिश्ता बदल गया है, पहला बाबल नूं संबोधित होके कह रही सी, हुण मामा जी नूं संबोधन होके कह रही है कि मामा जो तारियां विचों चन्न है, जो जिवें बहुत सारे तारियां विचों चन्न है एक वखरा दिखाई दिंदा है, अलग जिहड़ा है सोहना दिखाई दिंदा है, उस तरह होना चाहिए है। और चन्ना विचों भी जिहड़ा है वो कान कन्हैया है जिहड़ा वो मतलब की है जिवें दिखदा है उसकी दिख है, उस तरह ही मेरे वास्ते जो वर तुसी लभण जा रहे हो उहदी भी एक दिख वखरी होनी चाहिए है, यानी कि कान कन्हैया कृष्ण वर्गा होना चाहिए है ना, ठीक है। सो इत्थे आपां जिहड़े है ये आपां जिहड़ा है सुहाग गीत है जिहड़ा आपां वो पढ़िया कि बेटी चन्नन दे ओले, ठीक है, इस विच एक बेटी है जिहड़ी वो चन्नन दे ओले जिहड़ी है खड़ी है, ठीक है, और वो गल करनों झिझक भी रही है, पर बाप है जिहड़ा बाबल है उन्होंने देख लैंदा है तो वो पुछदा है कि बेटी तू चन्नन दे ओले क्यों खड़ी है, कोई गल है, तो वो कहंदी भी तुसी मेरे वास्ते वर रब लए हो ना, तो वो कहंदे हाँ, तो कहंदे फिर मतलब आप ही पुछ लेंदे कि वर तेरे वास्ते किहो जिहा चाहिदा है, तो फिर बेटी कहंदी है कि मैनू किहो जिहा वर चाहिदा जो तारियां विचों जिहड़ा है
ਚੰਨ ਵਰਗਾ ਹੋਵੇ ਤੇ ਚੰਨਾਂ ਵਿੱਚੋਂ ਕਾਨ ਕਨਈਆ ਯਾਨੀ ਕਿ ਕ੍ਰਿਸ਼ਨ ਕਨਈਏ ਵਰਗਾ ਹੋਣਾ ਚਾਹੀਦਾ ਹੈ, ਯਾਨੀ ਕ੍ਰਿਸ਼ਨ ਜੀ ਵਰਗਾ ਹੋਣਾ ਚਾਹੀਦਾ, ਯਾਨੀ ਕਿ ਬਹੁਤ ਸੋਹਣਾ ਸੁਨੱਖਾ ਤੇ ਹੋਣਾ ਚਾਹੀਦਾ ਹੈ। ਉਹ ਅਕਲੋਂ ਵੀ ਸੋਹਣਾ ਹੋਵੇ, ਉਹ ਸ਼ਕਲੋਂ ਵੀ ਸੋਹਣਾ ਹੋਵੇ। ਠੀਕ ਹੈ, ਸੋ ਆਪਾਂ ਇਹ ਚੀਜ਼ ਅੱਜ ਪੜ੍ਹੀ। ਠੀਕ ਹੈ, ਇਸ ਤੋਂ ਪਹਿਲਾਂ ਆਹ ਆਪਾਂ ਪੜ੍ਹਿਆ ਜਿਹੜਾ ਹੈ ਧੀ ਹੋਵੇ ਘਰ ਧਨ ਹੋਵੇ। ਸੋ ਅੱਜ ਆਪਾਂ ਜਿਹੜੇ ਹੈ 2 ਸੁਹਾਗ ਗੀਤ ਹੈ ਜਿਹੜੇ ਆਪਾਂ ਅੱਜ ਪੜ੍ਹ ਚੁੱਕੇ ਹਾਂ। ਠੀਕ ਹੈ, ਔਰ ਇਹਦੇ ਵਿੱਚੋਂ ਆਪਾਂ ਨੂੰ ਜਿਹੜੇ ਹੈ ਅੱਗੇ ਆਉਣ ਵਾਲੇ ਜਿਹੜੇ ਭਾਗ ਹੈ ਉਹਦੇ ਵਿੱਚ ਆਪਾਂ ਇਹਨਾਂ ਦੇ ਜਿਹੜੇ ਕੋਈ ਪ੍ਰਸ਼ਨ ਉੱਤਰ ਬਣਦੇ ਹੈ ਉਹਨਾਂ ਬਾਰੇ ਆਪਾਂ ਦੇਖਾਂਗੇ। ਸੋ ਆਪ ਜੀ ਦਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਬੇਟਾ ਜੀ। ਤੇ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।